बड़ा पहेलीजनक सवाल ਸੀਗਾ ਸਾਡੇ ਮੂਹਰੇ कि गैस की है इस टॉक्सिसिटी दी और इस किस्म दी गैस ਨੂੰ ਆਇਡੈਂਟੀਫਾਈ करना एक बड़ा चैलेंज ਸੀ। तो इन नटशैल जे मैं कह सकां ਤਾਂ ਬੋਡੀ ਦਾ ਕੋਈ ਆਰਗਨ ਨਹੀਂ ਸੀ ਜਿਸ ਤੇ ਇਫੈਕਟ ਨਹੀਂ ਆਇਆ ਔਰ ਕਿਹੜੇ ਆਰਗਨ ਤੇ ਕਿੰਨਾ ਡੈਮੇਜ ਹੋਇਆ ਉਸ ਨੂੰ ਅਸੈਸ ਕਰਨ ਵਾਸਤੇ ਅਸੀਂ ਵਿਸਰਾਜ ਐਗਜ਼ਾਮੀਨੇਸ਼ਨ ਹਲੇ ਕਰ ਰਹੇ ਹਾਂ ਔਰ ਉਸ ਦੀ ਰਿਪੋਰਟ ਥੋੜੇ ਦਿਨਾਂ ਵਿੱਚ ਸਾਡੇ ਕੋਲ ਆ ਜਾਏਗੀ। ਫਿਰ ਆਪਾਂ 100% ਦੱਸ ਪਾਵਾਂਗੇ ਕਿ ਕਿੰਨੇ ਡੈਮੇਜ ਹੋਇਆ ਔਰ ਕਿਹੜੀ ਤਰ੍ਹਾਂ ਦੀ ਗੈਸ। ਗੈਸ ਤਾਂ ਸੀਵੇਜ ਦੀ ਲੀਕੇਜ ਹੀ ਹੈ ਕਿਸੇ ਨਾਲ ਕਿਉਂਕਿ ਜਿਹੜੀ ਸਾਈਟ ਆਫ ਡੈਥ ਹੈ ਉਸ ਤੋਂ ਆਸ-ਪਾਸ ਦੋਨੇ ਜਗ੍ਹਾ ਮੈਨਹੋਲ ਸੀਗੇ ਐਂਡ ਹਵਾ ਦੇ ਵਿੱਚ ਇਸ ਦੀ ਸਮੈਲ ਸੀਗੀ। ਸੋ ਮੇਜਰ ਉਤਪੰਨ ਰਿਹਾ ਗੈਸ ਦਾ ਕਾਫੀ ਲਾਰਜ ਕੁਆਂਟੀਟੀ ਦੇ ਵਿੱਚ ਰਿਲੀਜ਼ ਹੋਈ ਹੈ। ਘਰੇਲੂ ਸੀਵੇਜ ਦੇ ਵਿੱਚ ਇਸ ਕੁਆਂਟੀਟੀ ਦੀ ਗੈਸ ਰਿਲੀਜ਼ ਹੋਣਾ ਬਹੁਤ ਘੱਟ ਦੇਖਿਆ, ਮੈਂ ਨਹੀਂ ਦੇਖਿਆ ਕਦੀ ਵੀ ਨਿੱਜੀ ਤੌਰ ਤੇ ਕਹਾਂ ਤਾਂ। ਪਰ ਇਸ ਗੈਸ ਨੂੰ ਐਨਾਲਾਈਜ਼ ਕਰਨ ਤੇ ਪ੍ਰਸ਼ਾਸਨ ਲੱਗਿਆ ਹੋਇਆ ਕਿ ਇਸ ਦਾ ਉਤਪੰਨ ਕਿੱਥੋਂ ਹੋਇਆ, ਸਾਈਟ ਆਫ ਲੀਕੇਜ ਕੀ ਸੀ ਜਾਂ ਸਾਈਟ ਆਫ ਇਸ ਦੀ ਪ੍ਰੋਡਕਸ਼ਨ ਕੀ ਸੀਗੀ, ਬਣੀ ਕਿਉਂ ਤੇ ਕਿਵੇਂ ਬਣੀ, ਇਸ ਤੇ ਹਲੇ ਕੰਮ ਚੱਲ ਰਿਹਾ ਜੀ। ਕੱਲ੍ਹ ਦੇ ਹਾਦਸੇ ਦੇ ਵਿੱਚ ਤਾਂ ਕੁਝ ਸੈਕਿੰਡਸ ਤੋਂ ਕੁਝ ਮਿੰਟਸ ਵਿੱਚ ਹੀ ਮੌਤ ਹੋ ਗਈ। ਪਹਿਲਾਂ ਬੰਦੇ ਅਨਕੌਂਸ਼ੀਅਸ ਹੋਏ ਔਰ ਐਕਸਪਾਇਰ ਹੋ ਗਏ ਔਰ ਸਾਡੇ ਕੋਲ ਜੋ ਡਾਟਾ ਹੈ 9 ਪਰਸਨਸ ਅਸੀਂ ਰਿਸੀਵ ਕੀਤੇ ਨੇ ਬ੍ਰੌਡ ਡੈਡ ਜਿਹੜੇ ਆਉਣ ਤੋਂ ਪਹਿਲਾਂ ਮ੍ਰਿਤ ਹਾਲਤ ਵਿੱਚ ਸੀਗੇ ਔਰ 2 ਡੈਡ ਬੋਡੀਜ਼ ਰਿਸੀਵ ਕੀਤੀਆਂ SPS ਅਪੋਲੋ ਹਸਪੀਟਲ ਨੇ। ਸੋ ਸਾਰੇ 11 ਦੇ 11 ਜੋ ਇਹ ਮੰਦਭਾਗੇ ਆਪਣੇ ਵਿਅਕਤੀ ਸੀਗੇ ਇਹਨਾਂ ਸਾਰਿਆਂ ਦੀ ਮੌਤ ਮੌਕੇ ਤੇ ਹੀ ਹੋ ਚੁੱਕੀ ਸੀ। ਇਸ ਤਰ੍ਹਾਂ ਦੇ ਕੇਸ ਆਮ ਤੌਰ ਤੇ ਸੀਵੇਜ ਵਰਕਰਸ ਵਿੱਚ ਦੇਖਣ ਨੂੰ ਮਿਲਦੇ ਸੀ। ਸੁਪਰੀਮ ਕੋਰਟ ਦੇ ਇੰਟਰਵੀਨ ਤੋਂ ਬਾਅਦ ਸੀਵੇਜ ਵਰਕਰ ਨੂੰ ਮੈਨੂਅਲੀ ਸਾਫ਼ ਕਰਨਾ ਬੰਦ ਕਰਾ ਦਿੱਤਾ ਗਿਆ, ਗੈਰ ਕਾਨੂੰਨੀ ਡਿਕਲੇਅਰ ਕੀਤਾ ਗਿਆ। ਸੋ ਇਸ ਤਰ੍ਹਾਂ ਦੀਆਂ ਮੌਤਾਂ ਅੱਜ ਕੱਲ੍ਹ ਨਜ਼ਰ ਨਹੀਂ ਆਉਂਦੀਆਂ, ਪਰ ਪਹਿਲਾਂ ਸੀਵੇਜ ਵਰਕਰਸ ਦੀਆਂ ਮੌਤਾਂ ਦੇ ਵਿੱਚ ਆਮ ਤੌਰ ਤੇ ਸੇਮ ਹੀ ਲੱਛਣ ਪਾਏ ਜਾਂਦੇ। ਕੱਲ੍ਹ ਦੇ ਪੋਸਟਮਾਰਟਮ ਜੀ ਅਸੀਂ 11 ਦੀਆਂ 11 ਬੋਡੀਜ਼ ਦੇ ਪੋਸਟਮਾਰਟਮ ਕਰ ਚੁੱਕੇ ਹਾਂ। ਸਾਰੀ ਡੈਡ ਬੋਡੀਜ਼ ਦੇ ਵਿੱਚ ਸੇਮ ਲੱਛਣ ਹੀ ਪਾਏ ਗਏ ਨੇ। ਅਸੀਂ ਇਸ ਹਾਈਪੋਥੀਸਿਸ ਤੇ ਕੰਮ ਕਰ ਰਹੇ ਸੀ ਕਿ ਇਹ ਗੈਸ ਪੋਇਜ਼ਨਿੰਗ ਹੈ ਐਂਡ ਫਾਈਂਡਿੰਗਸ ਵੀ ਸਾਨੂੰ ਗੈਸ ਪੋਇਜ਼ਨਿੰਗ ਵੱਲ ਹੀ ਇਸ਼ਾਰਾ ਕਰਦੀਆਂ ਪਾਈਆਂ ਗਈਆਂ ਔਰ ਗੈਸ ਦਾ ਨਾਮ ਔਰ ਕੁਆਂਟੀਟੀ ਅਸੀਂ ਕੈਮੀਕਲ ਐਨਾਲਿਸਿਸ ਤੋਂ ਬਾਅਦ ਕਨਫਰਮ ਕਰ ਪਾਵਾਂਗੇ। ਆਮ ਤੌਰ ਤੇ ਜਦੋਂ ਸੀਵੇਜ ਵਰਕਰਸ ਦੀ ਡੈਥ ਹੁੰਦੀ ਹੈ ਤਾਂ ਉਹਨਾਂ ਨੂੰ ਕੁਝ ਸਮਾਂ ਲੱਗ ਜਾਂਦਾ ਮੌਤ ਹੋਣ ਨੂੰ ਔਰ ਪਰ ਇਸ ਕੇਸ ਦੇ ਵਿੱਚ ਜਿਵੇਂ ਹੀ ਗੈਸ ਦਾ ਉਤਪੰਨ ਹੋਇਆ ਤੇ ਉਸ ਤੋਂ ਕੁਝ ਮਿੰਟਸ ਦੇ ਵਿੱਚ ਰੈਦਰ ਕੁਝ ਸੈਕਿੰਡਸ ਵਿੱਚ ਹੀ ਡੈਥ ਹੋ ਗਈ। ਪੋਸਟਮਾਰਟਮ ਕੀਤਾ ਸਰ, ਕੀ ਪਤਾ ਲੱਗਾ ਜੀ ਕਿੱਥੇ ਗੈਸ? ਕੱਲ੍ਹ ਦੇ ਪੋਸਟਮਾਰਟਮ ਜੀ ਅਸੀਂ 11 ਦੀਆਂ 11 ਬੋਡੀਜ਼ ਦੇ ਪੋਸਟਮਾਰਟਮ ਕਰ ਚੁੱਕੇ ਹਾਂ ਔਰ ਸਾਰੀ ਡੈਡ ਬੋਡੀਜ਼ ਦੇ ਵਿੱਚ ਸੇਮ ਲੱਛਣ ਹੀ ਪਾਏ ਗਏ ਨੇ ਔਰ ਅਸੀਂ ਇਸ ਹਾਈਪੋਥੀਸਿਸ ਤੇ ਕੰਮ ਕਰ ਰਹੇ ਸੀ ਕਿ ਇਹ ਗੈਸ ਪੋਇਜ਼ਨਿੰਗ ਹੈ ਐਂਡ ਫਾਈਂਡਿੰਗਸ ਵੀ ਸਾਨੂੰ ਗੈਸ ਪੋਇਜ਼ਨਿੰਗ ਵੱਲ ਹੀ ਇਸ਼ਾਰਾ ਕਰਦੀਆਂ ਪਾਈਆਂ ਗਈਆਂ ਔਰ ਗੈਸ ਦਾ ਨਾਮ ਔਰ ਕੁਆਂਟੀਟੀ ਅਸੀਂ ਕੈਮੀਕਲ ਐਨਾਲਿਸਿਸ ਤੋਂ ਬਾਅਦ ਕਨਫਰਮ ਕਰ ਪਾਵਾਂਗੇ ਜੀ। ਤੇ ਸਰ ਇਹ ਗੈਸ ਕਿਸ ਤਰੀਕੇ ਦੀ ਮਤਲਬ ਫੇਫੜੇ ਇਫੈਕਟ ਕੀਤੀ ਹੈ ਸਿੱਧਾ ਮਾਈਂਡ ਦੇ? ਸਰ ਇਹ ਗੈਸ ਜੋ ਸੀ ਆਮ ਤੌਰ ਤੇ ਜਦੋਂ ਸੀਵੇਜ ਵਰਕਰਸ ਦੀ ਡੈਥ ਹੁੰਦੀ ਹੈ ਤਾਂ ਉਹਨਾਂ ਨੂੰ ਕੁਝ ਸਮਾਂ ਲੱਗ ਜਾਂਦਾ ਮੌਤ ਹੋਣ ਨੂੰ ਔਰ ਪਰ ਇਸ ਕੇਸ ਦੇ ਵਿੱਚ ਜਿਵੇਂ ਹੀ ਗੈਸ ਦਾ ਉਤਪੰਨ ਹੋਇਆ ਤੇ ਉਸ ਤੋਂ ਕੁਝ ਮਿੰਟਸ ਦੇ ਵਿੱਚ ਰੈਦਰ ਕੁਝ ਸੈਕਿੰਡਸ ਵਿੱਚ ਹੀ ਡੈਥ ਹੋ ਗਈ। ਸੋ ਬੜਾ ਪहेलीजनक ਸਵਾਲ ਸੀਗਾ ਸਾਡੇ ਮੂਹਰੇ ਕਿ ਗੈਸ ਕੀ ਹੈ ਇਸ ਟੌਕਸਿਸਿਟੀ ਦੀ ਔਰ ਇਸ ਕਿਸਮ ਦੀ ਗੈਸ ਨੂੰ ਆਇਡੈਂਟੀਫਾਈ ਕਰਨਾ ਇੱਕ ਬੜਾ ਚੈਲੰਜ ਸੀ ਐਂਡ ਵਾਈਲ ਪੋਸਟਮਾਰਟਮ ਅਸੀਂ ਦੇਖਿਆ ਕਿ ਫੇਫੜੇ ਵੀ ਇਫੈਕਟ ਹੋਏ ਨੇ, ਦਿਮਾਗ 'ਤੇ ਵੀ ਇਫੈਕਟ ਆਇਆ ਹੋਇਆ ਔਰ ਬਹੁਤ ਸਾਰੇ ਬੰਦਿਆਂ ਦੇ ਲੱਛਣ ਜਿਹੜੇ ਸੀਗੇ ਉਹ ਬਹੁਤ ਜਲਦੀ ਹੋਈ ਮੌਤ ਵੱਲ ਇਸ਼ਾਰਾ ਕਰ ਰਹੇ ਸੀਗੇ। ਸੋ ਇਨ ਨਟਸ਼ੈਲ ਜੇ ਮੈਂ ਕਹਿ ਸਕਾਂ ਤਾਂ ਬੋਡੀ ਦਾ ਕੋਈ ਆਰਗਨ ਨਹੀਂ ਸੀ ਜਿਸ 'ਤੇ ਇਫੈਕਟ ਨਹੀਂ ਆਇਆ ਔਰ ਕਿਹੜੇ ਆਰਗਨ 'ਤੇ ਕਿੰਨਾ ਡੈਮੇਜ ਹੋਇਆ ਉਸ ਨੂੰ ਅਸੈਸ ਕਰਨ ਵਾਸਤੇ ਅਸੀਂ ਵਿਸਰਾਜ ਐਗਜ਼ਾਮੀਨੇਸ਼ਨ ਹਲੇ ਕਰ ਰਹੇ ਹਾਂ ਔਰ ਉਸ ਦੀ ਰਿਪੋਰਟ ਥੋੜ੍ਹੇ ਦਿਨਾਂ ਵਿੱਚ ਸਾਡੇ ਕੋਲ ਆ ਜਾਏਗੀ। ਫਿਰ ਆਪਾਂ 100% ਦੱਸ ਪਾਵਾਂਗੇ ਕਿ ਕਿੰਨੇ ਡੈਮੇਜ ਹੋਇਆ ਔਰ ਕਿਹੜੀ ਤਰ੍ਹਾਂ ਦੀ ਗੈਸ।
ਡਾਕਟਰ ਸਾਹਿਬ ਜੇ ਗੱਲ ਕਰੀਏ ਜਿਹੜੀ ਗੈਸ ਹੈ ਕਿਸੇ ਸੀਵਰੇਜ ਦੇ ਜਰੀਏ ਗਈ ਹੈ ਫੈਕਟਰੀ ਦੇ ਜਰੀਏ ਜੀ? ਸਰ ਇਹ ਗੈਸ ਤਾਂ ਸੀਵੇਜ ਦੀ ਲੀਕੇਜ ਹੀ ਹੈ ਕਿਸੇ ਨਾਲ ਕਿਉਂਕਿ ਜਿਹੜੀ ਸਾਈਟ ਆਫ ਡੈਥ ਹੈ ਉਸ ਤੋਂ ਆਸ-ਪਾਸ ਦੋਨੇ ਜਗ੍ਹਾ ਮੈਨਹੋਲ ਸੀਗੇ ਐਂਡ ਹਵਾ ਦੇ ਵਿੱਚ ਇਸ ਦੀ ਸਮੈਲ ਸੀਗੀ। ਸੋ ਮੇਜਰ ਉਤਪੰਨ ਰਿਹਾ ਗੈਸ ਦਾ, ਕਾਫੀ ਲਾਰਜ ਕੁਆਂਟੀਟੀ ਦੇ ਵਿੱਚ ਰਿਲੀਜ਼ ਹੋਈ ਹੈ। ਘਰੇਲੂ ਸੀਵੇਜ ਦੇ ਵਿੱਚ ਇਸ ਕੁਆਂਟੀਟੀ ਦੀ ਗੈਸ ਰਿਲੀਜ਼ ਹੋਣਾ ਬਹੁਤ ਘੱਟ ਦੇਖਿਆ, ਮੈਂ ਨਹੀਂ ਦੇਖਿਆ ਕਦੀ ਵੀ ਨਿੱਜੀ ਤੌਰ ਤੇ ਕਹਾਂ ਤਾਂ। ਪਰ ਇਸ ਗੈਸ ਨੂੰ ਐਨਾਲਾਈਜ਼ ਕਰਨ ਤੇ ਪ੍ਰਸ਼ਾਸਨ ਲੱਗਿਆ ਹੋਇਆ ਹੈ ਕਿ ਇਸ ਦਾ ਉਤਪੰਨ ਕਿੱਥੋਂ ਹੋਇਆ, ਸਾਈਟ ਆਫ ਲੀਕੇਜ ਕੀ ਸੀ ਜਾਂ ਸਾਈਟ ਆਫ ਇਸ ਦੀ ਪ੍ਰੋਡਕਸ਼ਨ ਕੀ ਸੀਗੀ, ਬਣੀ ਕਿਉਂ ਤੇ ਕਿਵੇਂ ਬਣੀ, ਇਸ 'ਤੇ ਹਾਲੇ ਕੰਮ ਚੱਲ ਰਿਹਾ ਜੀ। ਸਰ ਜੇ ਗੱਲ ਕਰੀਏ ਬੋਡੀ ਉੱਤੇ ਕਿੰਨੀ ਦੇਰ 'ਚ ਇਫੈਕਟ ਕਰ ਦਿੰਦੀ? ਸਰ ਕੱਲ੍ਹ ਦੇ ਹਾਦਸੇ ਦੇ ਵਿੱਚ ਤਾਂ ਕੁਝ ਸੈਕਿੰਡਸ ਤੋਂ ਕੁਝ ਮਿੰਟਸ ਵਿੱਚ ਹੀ ਮੌਤ ਹੋ ਗਈ। ਪਹਿਲਾਂ ਬੰਦੇ ਅਨਕੌਂਸ਼ੀਅਸ ਹੋਏ ਔਰ ਐਕਸਪਾਇਰ ਹੋ ਗਏ। ਔਰ ਸਾਡੇ ਕੋਲ ਜੋ ਡਾਟਾ ਹੈ 9 ਪਰਸਨਸ ਅਸੀਂ ਰਿਸੀਵ ਕੀਤੇ ਨੇ ਬ੍ਰੌਡ ਡੈਡ, ਜਿਹੜੇ ਆਉਣ ਤੋਂ ਪਹਿਲਾਂ ਮ੍ਰਿਤ ਹਾਲਤ ਵਿੱਚ ਸੀਗੇ, ਔਰ 2 ਡੈਡ ਬੋਡੀਜ਼ ਰਿਸੀਵ ਕੀਤੀਆਂ ਐਸਪੀਐਸ ਅਪੋਲੋ ਹਸਪੀਟਲ ਨੇ। ਸੋ ਸਾਰੇ 11 ਦੇ 11 ਜੋ ਇਹ ਮੰਦਭਾਗੇ ਆਪਣੇ ਵਿਅਕਤੀ ਸੀਗੇ, ਇਹਨਾਂ ਸਾਰਿਆਂ ਦੀ ਮੌਤ ਮੌਕੇ ਤੇ ਹੀ ਹੋ ਚੁੱਕੀ ਸੀ। ਸੋ ਗੈਸ ਇਸ ਕਾਬਿਲ ਜਾਂ ਇਸ ਕੁਆਂਟੀਟੀ ਵਿੱਚ ਰਹੀ ਹੋਏਗੀ ਕਿ ਉਹ ਕੁਝ ਸੈਕਿੰਡਸ ਤੋਂ ਮਿੰਟ ਵਿੱਚ ਹੀ ਮੌਤ ਕਰਨ ਦੇ ਕਾਬਿਲ ਸੀ। ਸਰ ਜੇ ਗੱਲ ਕਰੀਏ ਹੋਰ ਵੀ ਉੱਥੇ ਜਿਵੇਂ ਤੁਸੀਂ ਕਹਿ ਰਹੇ ਸੀਵਰੇਜ ਦੇ ਜਰੀਏ ਇਹ ਜਿਹੜੀ ਗੈਸ ਆਈ ਹੈ ਤੇ ਸਰ ਹੋਰ ਵੀ ਉੱਥੇ ਕਾਫੀ ਲੋਕ ਰਹਿ ਰਹੇ ਨੇ, ਉਸ ਕੋਈ ਖਤਰੇ ਦੀ ਗੱਲ ਤਾਂ ਨਹੀਂ ਜੀ ਸਰ? ਸਰ ਨਹੀਂ, ਖਤਰਾ ਇਸ ਕਰਕੇ ਨਹੀਂ ਹੈ ਕਿਉਂਕਿ ਗੈਸ ਜਦੋਂ ਲਾਰਜ ਕੁਆਂਟੀਟੀ 'ਚ ਨਿਕਲਦੀ ਹੈ ਤਾਂ ਉਹਦੀ ਡਿਫਿਊਜ਼ਨ ਹੋ ਜਾਂਦੀ ਹੈ ਆਲੇ ਦੁਆਲੇ এনवायरमेंट ਦੇ ਵਿੱਚ। ਤੋ ਜੋ ਗੈਸਿਸ ਦੇ ਇਫੈਕਟ ਹੈ ਦੇ ਆਰ ਆਲਵੇਜ਼ ਇਨ ਅ ਸੈਂਸ ਕਿ ਉਹ ਕੁਆਂਟੀਟੀ ਦੇ ਹਿਸਾਬ ਨਾਲ ਜਾਂ ਉਸ ਦੀ ਮਾਤਰਾ ਦੇ ਹਿਸਾਬ ਨਾਲ ਇਫੈਕਟ ਕਰਦੇ ਨੇ। ਜਿਵੇਂ ਜਿਵੇਂ ਉਸ ਦੀ ਹਵਾ ਦੇ ਵਿੱਚ ਮਾਤਰਾ ਘਟਦੀ ਗਈ, ਉਸ ਦੀ ਘਣਤਾ ਘਟਦੀ ਗਈ ਤਾਂ ਉਸ ਦੇ ਇਫੈਕਟਸ ਵੀ ਘਟ ਜਾਂਦੇ ਨੇ। ਇਹ ਅਗਰ ਬਹੁਤ ਜ਼ਿਆਦਾ ਕੁਆਂਟੀਟੀ ਵਿੱਚ ਕਿਵੇਂ ਕੱਲ੍ਹ ਇਹਨਾਂ ਨੇ ਸਮੈਲ ਕੀਤੀ ਹੋਏਗੀ ਤਾਂ ਮੌਤ ਹੋ ਗਈ ਹੈ, ਘੱਟ ਕੁਆਂਟੀਟੀ ਵਿੱਚ ਸਮੈਲ ਹੋਏਗੀ ਤਾਂ ਥੋੜ੍ਹਾ ਬਹੁਤ ਸਿਰ ਦਰਦ ਜਾਂ ਘਬਰਾਹਟ ਜਾਂ ਨੌਜ਼ੀਆ ਦੇ ਲੱਛਣ ਹੀ ਆਉਣਗੇ, ਇਸ ਤੋਂ ਜ਼ਿਆਦਾ ਨਹੀਂ। ਸਰ ਤੁਹਾਡੇ ਮੁਤਾਬਕ ਹਵਾ ਦੇ ਵਿੱਚ ਜਿਹੜੀ ਗੈਸ ਜਿਹੜੀ ਉਹ ਮਤਲਬ ਘੱਟ ਗਈ ਹੈ? ਬਹੁਤ ਘੱਟ ਮਾਤਰਾ ਵਿੱਚ ਸੀਗੀ। ਮੈਂ ਪਰਸਨਲੀ ਵੀ ਸਾਈਟ ਵਿਜ਼ਿਟ ਕੀਤੀ ਸੀਗੀ, ਕੁਝ ਸਮੇਂ ਦੌਰਾਨ ਹੀ ਉਸ ਦੀ ਸਮੈਲ ਔਰ ਉਸ ਦੀ ਕੁਆਂਟੀਟੀ ਵਿੱਚ ਕਾਫੀ ਮਾਤਰਾ 'ਚ ਕਮੀ ਆ ਗਈ ਸੀ। ਡਾਕਟਰ ਸਾਹਿਬ ਗੱਲ ਕਰੀਏ ਤਾਂ ਤੁਹਾਡਾ ਵੀ ਕਾਫੀ ਲੰਬਾ ਐਕਸਪੀਰੀਅੰਸ ਹੈ ਸਰ, ਇਸ ਤਰੀਕੇ ਦਾ ਪਹਿਲਾਂ ਵੀ ਕੋਈ ਕੇਸ ਦੇਖੇ ਜੀ ਇੱਦਾਂ ਦੇ? ਹਾਂਜੀ, ਇਸ ਤਰ੍ਹਾਂ ਦੇ ਕੇਸ ਆਮ ਤੌਰ ਤੇ ਸੀਵੇਜ ਵਰਕਰਸ ਵਿੱਚ ਦੇਖਣ ਨੂੰ ਮਿਲਦੇ ਸੀ। ਸੁਪਰੀਮ ਕੋਰਟ ਦੇ ਇੰਟਰਵੀਨ ਤੋਂ ਬਾਅਦ ਸੀਵੇਜ ਵਰਕਰ ਨੂੰ ਮੈਨੂਅਲੀ ਸਾਫ਼ ਕਰਨਾ ਬੰਦ ਕਰਾ ਦਿੱਤਾ ਗਿਆ, ਗੈਰ ਕਾਨੂੰਨੀ ਡਿਕਲੇਅਰ ਕੀਤਾ ਗਿਆ। ਸੋ ਇਸ ਤਰ੍ਹਾਂ ਦੀਆਂ ਮੌਤਾਂ ਅੱਜ ਕੱਲ੍ਹ ਨਜ਼ਰ ਨਹੀਂ ਆਉਂਦੀਆਂ, ਪਰ ਪਹਿਲਾਂ ਸੀਵੇਜ ਵਰਕਰਸ ਦੀਆਂ ਮੌਤਾਂ ਦੇ ਵਿੱਚ ਆਮ ਤੌਰ ਤੇ ਸੇਮ ਹੀ ਲੱਛਣ ਪਾਏ ਜਾਂਦੇ ਸੀ। ਸਰ ਲਾਸਟ ਸਵਾਲ ਹੈ ਸਰ, ਕਿੰਨੇ ਦੀ ਮੌਤ ਹੋ ਗਈ ਤੇ ਕਿੰਨੇ ਜੇਰੇ ਇਲਾਜ ਨੇ, ਜਿਹੜੇ ਜੇਰੇ ਇਲਾਜ ਨੇ ਕਿਸ ਤਰੀਕੇ ਜਿਹੜੀ ਸਰ ਸੀ ਤੇ ਜੀ 9 ਡੈਡ ਬੋਡੀਜ਼ ਰਿਸੀਵ ਕੀਤੀਆਂ ਅਸੀਂ ਸਿਵਲ ਹਸਪੀਟਲ ਵਿੱਚ, 2 ਐਸਪੀਐਸ ਅਪੋਲੋ ਨੇ। ਸੋ ਕੁੱਲ 11 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਔਰ ਉਹਨਾਂ ਦੇ ਪੋਸਟਮਾਰਟਮ ਵੀ ਹੋ ਚੁੱਕੇ ਨੇ। 3 ਬੰਦੇ ਸਾਡੇ ਕੋਲ ਜੇਰੇ ਇਲਾਜ ਸੀਗੇ, ਇੱਕ ਨੂੰ ਤਾਂ ਉਸੇ ਵੇਲੇ ਫਾਰਗ ਕਰ ਦਿੱਤਾ ਗਿਆ ਕਿਉਂਕਿ ਉਹਦੀ ਹਾਲਤ ਠੀਕ ਸੀਗੀ। 2 ਨੂੰ ਅਸੀਂ 24 ਘੰਟੇ ਆਬਜ਼ਰਵੇਸ਼ਨ ਵਿੱਚ ਰੱਖਿਆ ਸੀਗਾ, ਉਹਨਾਂ ਦੀ ਹਾਲਤ ਵੀ ਅੱਜ ਠੀਕ ਸੀਗੀ। ਪਰਿਵਾਰ ਵਾਲਿਆਂ ਦੀ ਇੰਟਰਵੀਨ ਤੋਂ ਬਾਅਦ ਅੱਜ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਨਾਲ ਉਹਨਾਂ ਨੂੰ डिस्चार्ज कर दिया गया। सर 13 एनडीआरएफ की टीम है सर। अच्छा, कितने लोग आए हैं सर ऑपरेशन के लिए सर? इसमें 1 ऑफिसर और 3 डिस्ट्रिक्ट 28 बार से सर। सर कब का ये वाक्य है पता लगा आपको? सर हमें खबर मिली तो खबर मिलते ही हम लोग यहाँ पर पहुँचे हैं अभी घटनास्थल पर। तो कितने लोग हैं आप टीम के? हाँ, टीम का पूरा टीम है हमारे पास सर। ठीक है, तो अब ये शुरू करने लगे अपना? अभी हम ऑपरेशन शुरू करेंगे सर। अच्छा, कितनी देर में करोगे? अभी हमें पहुँचे हैं यहाँ पर, अभी हम पहले देखेंगे क्या सिचुएशन क्या है, उसके बाद। कैप्टन साहब आपका नाम क्या है? मेरा नाम इंस्पेक्टर लाल सिंह सुकवाल, 13 एनडीआरएफ। सर जैसे आप पहुंचे हो, अभी आपको स्मेल हो रही है, आपको कुछ आइडिया लग पाया है कि ये कौन सी स्मेल हो सकती है? अभी आ रही है हमारे पास हमारा एक व्हीकल आ रहा है जो चेक करेगा कि कौन सी गैस है, उसके बाद हम कुछ आपको आइडिया है, कुछ अंदाजा है आपको? अभी हम चेक करेंगे, उसके बाद ही बताएंगे आप। ठीक ठीक है। कितने लोगों की टीम सर यहाँ पर काम करेगी अभी? अभी हमारी लगभग 40-50 आदमी टीम यहाँ पर है, काम करेंगे। जी जी, अच्छा, कुछ पता चला कितनी अभी चेक करेंगे।